ਸਤਿ ਸ੍ਰੀ ਅਕਾਲ ਬਾਬਾ ਜੀ। ਬਾਬਾ ਜੀ, ਮੈਂ ਆਪ ਜੀ ਵਿੱਚ ਗੁਰੂ ਨਾਨਕ ਦਾ ਰੂਪ ਵੇਖਦੀ ਹਾਂ। ਬਾਬਾ ਜੀ, ਪਰਸੋਂ ਰਾਤ ਮੈਂ ਸੁਪਨੇ ਵਿੱਚ ਆਪਣੀ ਮੌਤ ਨੂੰ ਵੇਖਿਆ ਹੈ। ਅੰਮ੍ਰਿਤ ਵੇਲੇ ਉੱਠਣ ਤੋਂ ਪਹਿਲਾਂ ਮੈਂ ਸੁਪਨੇ ਵਿੱਚ ਵੇਖਿਆ ਹੈ ਕਿ ਮੈਂ ਲੇਟੀ ਹੋਈ ਹਾਂ ਅਤੇ ਮੈਨੂੰ ਮੌਤ ਆ ਰਹੀ ਹੈ ਅਤੇ ਮੈਂ ਉਹਨੂੰ ਸਵੀਕਾਰ ਕਰਨੀ ਹਾਂ। ਠੀਕ ਹੈ, ਆ ਰਹੀ ਹੈ। ਉਸ ਤੋਂ ਬਾਅਦ ਮੇਰੇ ਮਨ ਵਿੱਚ ਖਿਆਲ ਬੱਚਿਆਂ ਵੱਲ ਜਾਂਦਾ ਹੈ ਅਤੇ ਮੈਂ ਸੋਚਦੀ ਹਾਂ ਕੋਈ ਬੱਚੇ ਆਪਣੇ ਆਪ ਨੂੰ ਸੰਭਾਲ ਲੈਣ। ਫਿਰ ਮੇਰਾ ਖਿਆਲ ਜਾਂਦਾ ਹੈ ਕਿ ਮੈਂ ਪੈਸੇ ਰੱਖੇ ਹੋਏ ਨੇ, ਸ਼ਾਇਦ ਉਹਨਾਂ ਨੂੰ ਪਤਾ ਨਾ ਚੱਲੇ। ਫਿਰ ਖਿਆਲ ਆਉਂਦਾ ਹੈ ਕੋਈ ਗੱਲ ਨਹੀਂ, ਆਪੇ ਜਦੋਂ ਉਹਨਾਂ ਨੂੰ ਆਪਣੇ ਆਪ ਹੀ ਮਿਲ ਜਾਣਗੇ। ਫਿਰ ਮੈਂ ਪਰਮਾਤਮਾ ਅੱਗੇ, ਆਪ ਜੀ ਅੱਗੇ ਅਰਦਾਸ ਕਰਨੀ ਹਾਂ ਕਿ ਮੈਂ ਹੁਣ ਇਸ ਦੁਨੀਆ ਤੋਂ ਜਾ ਰਹੀ ਹਾਂ ਅਤੇ ਮੇਰੇ ਤੋਂ ਜੋ ਵੀ ਗਲਤੀ ਭੁੱਲ ਹੋਈ ਅਤੇ ਮਾਫ਼ ਕਰ ਦੇਣਾ। ਉਸ ਤੋਂ ਬਾਅਦ ਇੱਕ ਆਦਮੀ ਕੋਈ ਔਜ਼ਾਰ ਜਿਹਾ ਲੈ ਕੇ ਮੇਰੇ ਗੋਡੇ ਉੱਤੇ ਮਾਰਨ ਲੱਗਾ ਹੈ ਅਤੇ ਮੈਨੂੰ ਥੋੜ੍ਹਾ ਜਿਹਾ ਹਲਕਾ ਜਿਹਾ ਡਰ ਮਹਿਸੂਸ ਹੁੰਦਾ ਹੈ, ਸ਼ਾਇਦ ਕਿ ਮੈਨੂੰ ਦਰਦ ਹੋਵੇਗਾ, ਪਰ ਉਹ ਮੈਨੂੰ ਬਿਲਕੁਲ ਵੀ ਦਰਦ ਮਹਿਸੂਸ ਨਹੀਂ ਹੁੰਦਾ ਅਤੇ ਮੈਂ ਬਿਲਕੁਲ ਸ਼ਾਂਤੀ ਆਨੰਦ ਵਿੱਚ ਹਾਂ। ਪਰ ਉਸ ਤੋਂ ਬਾਅਦ ਉਹ ਔਜ਼ਾਰ ਲੈਣ ਵਾਸਤੇ ਚਲਾ ਜਾਂਦਾ ਹੈ ਮੇਰੇ ਗੋਡੇ 'ਤੇ ਮਾਰਨ ਵਾਸਤੇ। ਫਿਰ ਮੈਨੂੰ ਹਲਕੀ ਹਲਕੀ ਜਾਗ ਆਉਣ ਲੱਗ ਜਾਂਦੀ ਹੈ ਅਤੇ ਮੇਰੇ ਮਨ ਵਿੱਚ ਖਿਆਲ ਹੁੰਦਾ ਹੈ, ਇਹ ਮੈਨੂੰ ਮਾਰਨ ਕਿਉਂ ਡਏ ਨੇ ਜ਼ਬਰਦਸਤੀ। ਮੈਂ ਜਦੋਂ ਮੌਤ ਆਏਗੀ ਅਤੇ ਮੈਂ ਆਪਣੇ ਆਪ ਹੀ ਮਰ ਜਾਵਾਂਗੀ। ਇਹ ਮੈਨੂੰ ਜ਼ਬਰਦਸਤੀ ਮਾਰ ਰਹੇ ਨੇ। ਅੱਜ ਕੱਲ੍ਹ ਤਾਂ ਜੇ ਮੈਂ ਬਿਮਾਰ ਵੀ ਹਾਂ ਅਤੇ ਅੱਜ ਕੱਲ੍ਹ ਦੇ ਬਹੁਤ ਸਾਰੇ ਹਾਲਾਤ ਚੱਲੇ ਹੋਏ ਨੇ। ਅਤੇ ਬਾਬਾ ਜੀ, ਮੈਂ ਆਪ ਜੀ ਤੋਂ ਇਹ ਪੁੱਛਣਾ ਚਾਹੁੰਦੀ ਸਾਂ, ਜਿਹੜੀ ਮੌਤ ਨੂੰ ਮੈਂ ਪਹਿਲਾਂ ਸਵੀਕਾਰ ਕਰ ਲਿਆ ਸੀ ਅਤੇ ਮੈਂ ਬੜੇ ਆਨੰਦ ਵਿੱਚ ਸਾਂ, ਬਾਅਦ ਵਿੱਚ ਉਹਨੂੰ ਮੈਂ ਸਵੀਕਾਰ ਨਹੀਂ ਕਰਨ ਡਈ। ਇਸ ਦਾ ਕੀ ਕਾਰਨ ਹੈ, ਆਪ ਦੱਸਣਾ ਜੀ। ਜੇ ਕੋਈ ਗਲਤੀ ਭੁੱਲ ਹੋਏ ਤਾਂ ਮਾਫ਼ ਕਰ ਦੇਣਾ। ਇੱਕ ਮਾਈ ਨੇ ਆਡੀਓ ਰਿਕਾਰਡਿੰਗ ਰਾਹੀਂ ਆਪਣਾ ਇੱਕ ਸੁਪਨਾ ਦੱਸਿਆ ਹੈ, ਜੋ ਕਹਿੰਦੀ ਸਵੇਰੇ ਸਵੇਰ ਆਇਆ ਹੈ। ਇਹ ਸੁਪਨਾ ਆਉਣ ਵਾਲੇ ਸਮੇਂ ਦੀ ਵਾਸਤਵਿਕਤਾ ਬਿਆਨ ਕਰ ਰਿਹਾ ਹੈ। ਕਦੇ ਕਦੇ ਐਸੇ ਸੁਪਨੇ ਵੀ ਆਉਂਦੇ ਹਨ, ਜ਼ਿਆਦਾਤਰ ਨਹੀਂ, ਬਹੁਤ ਘੱਟ, ਕਦੇ ਕਦੇ, ਜਿਹੜੇ ਆਉਣ ਵਾਲੇ ਸਮੇਂ ਨੂੰ ਦਰਸਾਉਂਦੇ ਹਨ, ਆਉਣ ਵਾਲੇ ਸਮੇਂ ਨੂੰ ਬਿਆਨ ਕਰ ਦਿੰਦੇ ਹਨ, ਦੱਸ ਦਿੰਦੇ ਹਨ ਵੀ ਤੇਰੇ ਨਾਲ ਇਹ ਘਟਨਾ ਹੈ। ਅਤੇ ਇਹ ਮਾਈ ਬਹੁਤ ਧੰਨਭਾਗੀ ਹੈ। ਜਿਹਨੂੰ ਆਉਣ ਵਾਲੇ ਸਮੇਂ ਬਾਰੇ ਇਹਦਾ ਆਪਣਾ ਮਨ ਹੀ ਦੱਸ ਰਿਹਾ ਹੈ। ਮਨ ਤੋਂ ਹੀ ਸੁਪਨਾ ਉੱਠ ਰਿਹਾ ਹੈ ਨਾ, ਤੋ ਸੁਚੇਤ ਕਰ ਰਿਹਾ ਹੈ ਵੀ ਹੁਣ ਤੂੰ ਹੀ ਤਿਆਰੀ ਕਰ ਲੈ, ਸਮਾਂ ਆਉਣ ਵਾਲਾ ਹੈ। ਅਤੇ ਇਹ ਸੁਪਨਾ ਮੌਤ ਦੀ ਘਟਨਾ ਨੂੰ ਬਿਆਨ ਕਰ ਰਿਹਾ ਹੈ ਅਤੇ ਤਕਰੀਬਨ ਹਰ ਇੱਕ ਦੇ ਨਾਲ ਐਸਾ ਹੀ ਘਟੇਗਾ ਜਿਹਦਾ ਮੋਹ ਹੈ। ਮੈਂ ਇਹ ਆਡੀਓ ਵੀ ਗਰੁੱਪਾਂ 'ਚ ਪਾ ਦਿੰਦਾ ਹਾਂ ਤਾਂ ਕਿ ਤੁਸੀਂ ਸੁਣ ਕੇ ਸਹੀ ਢੰਗ ਦੇ ਨਾਲ ਸਮਝ ਸਕੋ। ਇਹ ਮਾਈ ਕਹਿ ਰਹੀ ਹੈ
ਕਿ ਮੈਨੂੰ ਇਉਂ ਲੱਗਾ ਵੀ ਜਿਵੇਂ ਮੌਤ ਆ ਰਹੀ ਹੈ। ਕਹਿੰਦੇ ਮੈਂ ਸਵੀਕਾਰ ਕਰ ਲਈ ਵੀ ਆ ਹੀ ਰਹੀ ਹੈ, ਅਤੇ ਫਿਰ ਕੀ ਕੀਤਾ ਜਾਂਦਾ ਹੈ। ਬੰਦਾ ਇਉਂ ਕਹਿੰਦਾ ਹੈ ਨਾ, ਕੀ ਕੀਤਾ ਜਾ ਸਕਦਾ। ਅਤੇ ਕਹਿੰਦੀ ਫਿਰ ਮੇਰਾ ਧਿਆਨ ਗਿਆ ਬੱਚਿਆਂ ਵੱਲ। ਦੇਖੋ ਥੋੜ੍ਹਾ ਜਿਹਾ ਇਹ ਸੁਪਨਾ ਬੜਾ ਬਹੁਮੁੱਲੇ ਹੈ, ਸਮਝਣ ਯੋਗ ਹੈ। ਜਿਹਦੇ ਨਾਲ ਤੁਹਾਡਾ ਮੋਹ ਹੈ, ਬੱਚਿਆਂ ਨਾਲ ਹੈ ਜਾਂ ਹੋਰ ਕਿਸੇ ਮੈਂਬਰ ਨਾਲ ਹੈ, ਕਿਸੇ ਦਾ ਦੋਸਤ ਨਾਲ ਹੈ, ਮਮਤਾ ਹੈ, ਲਗਾਵ ਹੈ, ਮਿੱਤਰਤਾਈ ਹੈ, ਦੋਸਤੀ ਹੈ, ਪਹਿਲਾਂ ਉਹ ਚੇਤੇ ਆਵੇਗਾ। ਸਾਰਿਆਂ ਨੂੰ ਪਹਿਲਾਂ ਤੁਹਾਡਾ ਆਪਣੇ ਸੰਬੰਧੀ ਚੇਤੇ ਆਉਣਗੇ। ਅਤੇ ਮਾਵਾਂ ਦਾ ਅਕਸਰ ਮੋਹ ਬੱਚਿਆਂ ਨਾਲ ਹੁੰਦਾ ਹੈ, ਅਤੇ ਸੁਭਾਵਿਕ ਹੀ ਹੈ ਇਹਨੂੰ ਬੱਚਿਆਂ ਦੀ ਯਾਦ ਆਈ, ਬੱਚਿਆਂ ਦਾ ਖਿਆਲ ਆਇਆ। ਫਿਰ ਬੱਚਿਆਂ ਵੱਲੋਂ ਧਿਆਨ ਹਟਿਆ ਅਤੇ ਧਨ ਪੈਸੇ ਵੱਲ ਧਿਆਨ ਚਲੇ ਗਿਆ। ਇਹ ਵੀ ਸੁਭਾਵਿਕ ਹੈ। ਪਹਿਲਾਂ ਧਿਆਨ ਜਾਵੇਗਾ ਆਪਣਿਆਂ ਵੱਲ, ਜਿਨ੍ਹਾਂ ਦੇ ਨਾਲ ਲਗਾਵ ਹੈ। ਫਿਰ ਧਿਆਨ ਜਾਵੇਗਾ ਧਨ ਵੱਲ, ਪੈਸੇ ਵੱਲ, ਪ੍ਰੋਪਰਟੀ ਵੱਲ, ਜਿਹੜੀ ਤੁਹਾਡੀ ਆਪਣੀ ਹੈ, ਕਿ ਉਹਦਾ ਕੀ ਬਣੂਗਾ। ਉੱਧਰੋਂ ਵੀ ਫਿਰ ਮਨ ਨੂੰ ਇਹਨੇ ਸਮਝਾ ਲਿਆ ਵੀ ਚਲੋ ਬੱਚਿਆਂ ਨੂੰ ਮਿਲ ਜਾਣਗੇ, ਆਪਣਿਆਂ ਨੂੰ ਮਿਲ ਜਾਣਗਾ ਧਨ। ਫਿਰ ਖਿਆਲ ਆਉਂਦਾ ਹੈ ਸਰੀਰ ਦਾ। ਸਰੀਰ ਦਾ ਮੋਹ ਬਹੁਤ ਗਹਿਰਾ ਹੈ। ਸਰੀਰ ਦੇ ਬਚਾਅ ਵਾਸਤੇ ਹੀ ਆਪਾਂ ਸੰਬੰਧੀ ਬਣਾਉਂਦੇ ਹਾਂ। ਸਰੀਰ ਦੇ ਬਚਾਅ ਵਾਸਤੇ ਹੀ ਧਨ ਇਕੱਤਰ ਕਰਦੇ ਹਾਂ। ਪਰ ਅੰਤ ਸਮੇਂ ਦੋਵੇਂ ਕੰਮ ਨਹੀਂ ਆਉਂਦੇ ਹਨ। ਫਿਰ ਕਹਿੰਦੇ ਮੇਰੇ ਗੋਡੇ 'ਤੇ ਔਜ਼ਾਰ ਮਾਰਨ ਵਾਸਤੇ ਲੈਣ ਗਿਆ ਉਹ। ਇਹਨੂੰ ਫਿਰ ਸਰੀਰ ਦਾ ਖਿਆਲ ਆਇਆ ਵੀ ਦਰਦ ਹੋਵੇਗੀ, ਪੀੜਾ ਹੋਵੇ। ਜਦੋਂ ਕੋਈ ਮਾਰੇਗਾ ਦਰਦ ਤਾਂ ਹੋਵੇਗੀ ਨਾ, ਤੋ ਮਾਰਨ ਵਾਸਤੇ ਆ ਰਿਹਾ। ਅਤੇ ਇਹ ਘਬਰਾ ਗਈ। ਘਬਰਾ ਕੇ ਫਿਰ ਇਹਦੀ ਜਾਗ ਖੁੱਲ੍ਹ ਗਈ ਹੋਵੇਗੀ। ਜਦੋਂ ਆਪਾਂ ਜ਼ਿਆਦਾ ਡਰ ਜਾਈਏ, ਘਬਰਾ ਜਾਈਏ, ਫਿਰ ਜਾਗ ਆ ਜਾਂਦੀ ਹੈ, ਸੁਪਨਾ ਟੁੱਟ ਜਾਂਦਾ ਹੈ। ਇਸੇ ਕਰਕੇ ਦੁਖਦਾਈ ਸੁਪਨਾ ਜਗਾਉਂਦਾ ਹੈ। ਸੰਸਾਰ 'ਚ ਵੀ ਦੁੱਖ ਜ਼ਿਆਦਾ ਹੋਵੇ ਤਾਂ ਆਦਮੀ ਨੂੰ ਜਗਾਉਂਦਾ ਹੈ। ਅਤੇ ਸੁਪਨੇ ਵੀ ਵਧੀਆ ਹਨ ਜਿਹੜੇ ਐਸੇ ਆਉਂਦੇ ਹਨ। ਫਿਰ ਕਹਿੰਦੇ ਹੈ ਵੀ ਮੈਂ ਜਿਹੜੀ ਮੌਤ ਨੂੰ ਪਹਿਲਾਂ ਸਵੀਕਾਰ ਕਰ ਲਿਆ ਸੀ, ਵੀ ਬਾਅਦ ਦੇ ਵਿੱਚ ਕਿਉਂ ਨਹੀਂ ਸਵੀਕਾਰ ਕਰ ਪਾ ਰਹੀ। ਇਹਨੂੰ ਥੋੜ੍ਹਾ ਜਿਹਾ ਗਹਿਰਾਈ ਨਾਲ ਸਮਝਣਾ ਕਰੋ। ਉੱਪਰੋਂ ਸਾਰੇ ਹੀ ਸਵੀਕਾਰ ਕਰ ਲੈਂਦੇ ਹਨ। ਅਕਸਰ ਤੁਸੀਂ ਦੇਖਿਆ ਹੈ ਲੋਕਾਂ ਨੂੰ, ਕਈ ਬੜਾ ਹੱਸ ਕੇ ਕਹਿ ਦਿੰਦੇ ਹਨ ਆ ਜਾਊਗੀ ਮੌਤ, ਤੇ ਆ ਜਾਊਗੀ, ਅਸੀਂ ਨਹੀਂ ਮਰਨੋਂ ਡਰਦੇ। ਕਈ ਬੜੀ ਦਲੇਰੀ ਦਿਖਾਉਂਦੇ ਹਨ ਆਪਣੇ ਆਪ 'ਚ, ਅਸੀਂ ਨਹੀਂ ਮਰਨੋਂ ਡਰਦੇ ਅਤੇ ਮੌਤ ਦੇ ਪ੍ਰਵਾਨੇ ਹਾਂ। ਅਤੇ ਉੱਪਰੋਂ ਆਦਮੀ ਇਹ ਸਵੀਕਾਰ ਕਰ ਲੈਂਦਾ ਹੈ ਮੌਤ ਨੂੰ। ਪਰ ਜਦੋਂ ਮੌਤ ਦੀ ਘੜੀ ਆਉਂਦੀ ਹੈ, ਉਹ ਸਮਾਂ ਆਉਂਦਾ ਹੈ, ਤੁਸੀਂ ਇਉਂ ਸਮਝ ਲਵੋ। ਅਕਸਰ ਜ਼ਿਆਦਾਤਰ ਲੋਕ ਮੈਨੂੰ ਵੀ ਕਹਿ ਦਿੰਦੇ ਹਨ ਵੀ ਸਾਡਾ ਮੋਹ ਪਿਆਰ ਨਹੀਂ ਹੈ ਬਹੁਤਾ, ਅਸੀਂ ਕਿਸੇ ਨਾਲ ਮੋਹ ਪਿਆਰ ਨਹੀਂ ਕਰਦੇ, ਨਾ ਸਾਡਾ ਲਗਾਵ ਹੈ ਕਿਸੇ ਚੀਜ਼ ਨਾਲ, ਨਾ ਹੀ ਸੁੱਖਾਂ ਨਾਲ। ਪਰ ਅਗਰ ਤੁਸੀਂ ਛੱਡ ਕੇ ਦੇਖੋ, ਇੱਕਦਮ ਸਭ ਕੁਝ ਛੱਡ ਦਿਓ, ਅਤੇ ਤੁਹਾਡਾ ਚਿੱਤ ਉੱਥੇ ਜਾਵੇਗਾ ਜਿੱਥੇ ਜਿੱਥੇ ਲਗਾਵ ਹੋਵੇਗਾ। ਅਤੇ ਇਹ ਖਿਆਲ ਤੁਸੀਂ ਅਗਰ ਕਰੋਗੇ ਵੀ ਛੱਡਣ ਦਾ, ਫਿਰ ਵੀ ਤੁਹਾਨੂੰ ਪਤਾ ਹੋਵੇਗਾ ਵੀ ਮੈਂ ਛੱਡ ਨਹੀਂ ਰਿਹਾ। ਪਰ ਜਦੋਂ ਮੌਤ ਆ ਜਾਵੇਗੀ ਤਾਂ ਤੁਹਾਨੂੰ ਸਾਫ਼ ਹੋਵੇਗਾ ਵੀ ਆ ਜੋ ਕੁਛ ਵੀ ਮੈਂ ਦੇਖ ਰਿਹਾ, ਜੋ ਕੁਛ ਵੀ ਹੈ ਆਪਣੇ,
ਬਲਕਿ ਮਮੀ ਹਾਂ ਜੋ ਤੁਸੀਂ ਆਪਣੇ ਆਪਣੇ ਨੂੰ ਸਰੀਰ ਹੀ ਸਮਝਦੇ ਹੋ ਵੀ ਇਹ ਵੀ ਨਹੀਂ ਰਹਿਣਾ ਹੈ, ਅਗਲੇ ਨੇ ਅੱਗ 'ਚ ਫੂਕ ਦੇਣਾ ਤੇ ਕੀ ਬਣੂਗਾ। ਤੇ ਆਦਮੀ ਡਰਦਾ ਹੈ। ਬੜੇ ਬੜੇ ਸੂਰਮੇ ਵੀ ਘਬਰਾਉਂਦੇ ਦੇਖੇ ਹਨ, ਮੌਤ ਦੇ ਸਮੇਂ ਗੜਗੜਾਉਂਦੇ ਦੇਖੇ ਹਨ, ਤੜਫਦੇ ਦੇਖੇ ਹਨ। ਵੀ ਬਾਹਰ ਨੂੰ ਨਹੀਂ ਪਤਾ ਲੱਗਦਾ, ਤੜਫਦਾ ਹੈ ਹਰ ਇੱਕ ਆਦਮੀ ਅੰਦਰੋਂ। ਅਤੇ ਫਿਰ ਜਦੋਂ ਮੌਤ ਦੀ ਘੜੀ ਆਉਂਦੀ ਹੈ ਨਾ, ਤਾਂ ਜਿਵੇਂ ਇਹਨੇ ਕਿਹਾ ਹੈ ਵੀ ਪਹਿਲਾਂ ਬੱਚਿਆਂ ਦੀ ਯਾਦ ਆਉਂਦੀ ਹੈ। ਅਤੇ ਖਿਆਲ ਵਿੱਚ ਰੱਖਿਓ, ਇਹ ਜ਼ਰੂਰ ਆਵੇਗਾ ਖਿਆਲ ਤੁਹਾਨੂੰ ਤੁਹਾਡੇ ਆਪਣਿਆਂ ਦਾ ਕੀ ਬਣੂਗਾ, ਜਿਨ੍ਹਾਂ ਨੂੰ ਪਾਲਿਆ ਹੈ, ਪਲੋਸਿਆ ਹੈ, ਜਾਂ ਹੋਰ ਕੋਈ ਮਿੱਤਰਤਾਈ ਹੈ, ਸਾਕ ਸੰਬੰਧੀ ਹਨ, ਕੁਛ ਵੀ ਹੈ, ਲਗਾਵ ਹੈ। ਕਈਆਂ ਦਾ ਜਾਨਵਰਾਂ ਦੇ ਨਾਲ ਹੀ ਹੋ ਜਾਂਦਾ ਅਤੇ ਬਾਅਦ 'ਚ ਬੜਾ ਰੋਂਦੇ ਹਨ। ਅਤੇ ਜਿਨ੍ਹਾਂ ਨੂੰ ਜੀਂਦੇ ਜੀ ਨਹੀਂ ਤੁਸੀਂ ਅੱਖ ਤੋਂ ਪਰੋਖੇ ਕਰ ਸਕਦੇ, ਧਿਆਨ ਨਹੀਂ ਹਟਾ ਸਕਦੇ, ਤਾਂ ਮਰਨ ਵਾਲੇ ਤਾਂ ਟੋਟਲੀ ਕੋਈ ਵੀ ਨਹੀਂ ਰਹਿਣਾ ਹੈ ਨਾ। ਫਿਰ ਉਸ ਤੋਂ ਬਾਅਦ ਧਿਆਨ ਜਾਵੇਗਾ ਸੰਪੱਤੀ ਵੱਲ, ਧਨ ਵੱਲ। ਜਿਵੇਂ ਇੱਕ ਸ਼ਬਦ ਵੀ ਹੈ, ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੇਂ ਜੇ ਮਰੈ। ਕਹਿੰਦੇ ਹਨ ਪ੍ਰੇਤ ਜੋਨ ਵੱਲ ਅਵਤਾਰੇ, ਲక్ష్ਮੀ ਧਨ ਸੰਪੱਤੀ ਦਾ ਸਿਮਰਨ ਕਰਦਾ ਹੈ ਜਿਹੜਾ। ਅਤੇ ਜਿਹੜਾ ਅੰਤਕਾਲ ਪੁੱਤਰ ਸਿਮਰੈ ਐਸੀ ਚਿੰਤਾ ਮੇਂ ਜੇ ਮਰੇ, ਸੂਕਰ ਜੋਨ ਵੱਲ ਅਵਤਾਰੇ। ਕਹਿੰਦੇ ਸੂਰ ਫਿਰ ਬਹੁਤ ਬੱਚੇ ਹੁੰਦੇ ਹਨ ਨਾ ਸੂਰਨੀ। ਇੱਕ ਪ੍ਰਤੀਕ ਹੈ ਬਹੁਤ ਪਿਆਰਾ। ਭਗਤ ਜੀ ਕਹਿ ਰਹੇ ਹਨ ਵੀ ਅੰਤਕਾਲ ਤੁਸੀਂ ਉਹਦਾ ਹੀ ਸਿਮਰਨ ਕਰੋਗੇ ਜਿਹਦਾ ਚਿੰਤਨ ਤੁਸੀਂ ਜੀਂਦੇ ਜੀ ਕਰ ਰਹੇ ਹੋ, ਜਿੱਧਰੋਂ ਧਿਆਨ ਤੁਹਾਡਾ ਹਟ ਨਹੀਂ ਰਿਹਾ ਹੈ ਹੁਣ। ਅਤੇ ਮਰਨ ਵੇਲੇ ਇੱਕਦਮ ਥੋੜ੍ਹੀ ਹਟ ਜਾਵੇਗਾ, ਹੁਣ ਤੁਹਾਡੇ ਹਟਾਇਆ ਹੀ ਨਹੀਂ ਹਟ ਰਿਹਾ ਹੈ, ਅਤੇ ਅੰਤ ਸਮੇਂ ਕਿਵੇਂ ਹਟ ਜਾਵੇਗਾ, ਨਹੀਂ ਹਟੇਗਾ। ਅਤੇ ਅਗਰ ਧਨ ਸੰਪੱਤੀ ਦਾ ਤੁਸੀਂ ਸਿਮਰਨ ਕਰ ਰਹੇ ਹੋ, ਚਿੰਤਨ ਕਰ ਰਹੇ ਹੋ, ਜੋੜ ਜੋੜ ਕੇ ਰੱਖ ਰਹੇ ਹੋ, ਫਿਰ ਰੱਖੀ ਹੋਈ ਦੇ ਧਿਆਨ ਵਿੱਚ ਜ਼ਿਆਦਾ ਜਾਂਦਾ ਹੈ ਮਾਇਆ ਦੇ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਇਸੇ ਕਾਰਨ ਹੀ ਪੁਰਾਣੇ ਸਤਿਪੁਰਖਾਂ ਨੇ ਵਾਰ-ਵਾਰ ਕਿਹਾ ਹੈ ਪੁੰਨ ਦਾਨ ਕਰੋ। ਪੁੰਨ ਦਾਨ ਦਾ ਇਹੋ ਹੀ ਅਰਥ ਹੈ। ਲੋਕ ਤਾਂ ਪੁੰਨ ਦਾਨ ਕਰਦੇ ਹਨ ਹਉਂ ਵਧਾਉਣ ਵਾਸਤੇ, ਵੀ ਮੈਂ ਇੰਨਾ ਦਾਨ ਕੀਤਾ, ਇੰਨਾ ਪੁੰਨ ਕੀਤਾ, ਇੰਨੇ ਸਕੂਲ ਬਣਾਏ, ਹੌਸਪੀਟਲ ਬਣਾਏ, ਕੀ ਕੁਛ ਨਹੀਂ ਬਣਾਇਆ, ਸਭ ਕੁਛ ਚੇਤੇ ਹੈ। ਨਹੀਂ, ਪੁੰਨ ਦਾਨ ਦਾ ਅਰਥ ਇਹ ਸੀ ਵੀ ਜੋ ਤੁਹਾਡਾ ਹੈ ਉਹਦੇ ਵਿੱਚ ਤੁਹਾਡਾ ਚਿੱਤ ਰਹਿ ਜਾਵੇਗਾ ਪਿੱਛੇ, ਉਹਨੂੰ ਦਾਨ ਕਰ ਦਿਓ। ਜਿਹੜਾ ਧਨ ਹੈ ਉਹਨੂੰ ਦਾਨ ਕਰ ਦਿਓ। ਪਰਮਾਤਮਾ 'ਤੇ ਭਰੋਸਾ ਰੱਖੋ, ਜਿਹਨੇ ਅੱਜ ਤੱਕ ਰੋਟੀ ਦਿੱਤੀ ਹੈ ਗਾਂ ਵੀ ਦੇਵੇਗਾ, ਇੰਨਾ 'ਤੇ ਭਰੋਸਾ ਰੱਖੋ ਨਾ। ਅਤੇ ਜੋ ਵੀ ਹੈ ਉਹਨੂੰ ਦਾਨ ਕਰ ਦਿਓ, ਉਹਦੇ ਵਿੱਚ ਤੁਹਾਡਾ ਧਿਆਨ ਨਾ ਰਹਿ ਜਾਵੇਗਾ। ਅੰਤ ਸਮੇਂ ਤੁਸੀਂ ਸੁਰਖਰੂ ਹੋ ਜਾਵੇ, ਤੁਸੀਂ ਧਨ ਵੱਲੋਂ ਸੁਰਖਰੂ ਹੋ ਜਾਓਗੇ। ਪਹਿਲਾਂ ਤਾਂ ਆਪਣਿਆਂ ਦਾ ਮੋਹ ਤਿਆਗੋ, ਸਮਝੋ ਵੀ ਆਪਣਾ ਕੋਈ ਨਹੀਂ ਹੈ। ਹੁਣ ਸਵਾਸ ਨਿਕਲ ਗਏ, ਪਤਾ ਨਹੀਂ ਹੈ ਕਿਹੜੇ ਵੇਲੇ ਨਿਕਲ ਜਾਣ, ਮੁੜ ਕੇ ਆਉਣ ਹੀ ਨਾ, ਦਮ ਦਾ ਨਹੀਂ ਪਤਾ ਹੈ, ਵਸਾਹ ਥੋੜ੍ਹੀ ਹੈ ਕੋਈ। ਅਤੇ ਧਿਆਨ ਹਟਾਓ ਜਿੱਧਰ ਲੱਗਾ ਹੋਇਆ ਹੈ, ਰਹੋ ਭਾਵੇਂ ਉੱਥੇ ਹੀ, ਪਰ ਧਿਆਨ ਤਾਂ ਹਟਾਉਣਾ ਹੈ ਨਾ, ਲਗਾਵ। ਉਹਨਾਂ ਦੇ ਵਿਚਾਰ ਨਾ ਕਰੋ, ਸੋਚੋ ਨਾ, ਜਿਨ੍ਹਾਂ ਬਾਬਤ ਸੋਚੋਗੇ ਨਾ ਤਾਂ ਭੁੱਲਦੇ ਜਾਣਗੇ। ਫਿਰ ਧਨ ਸੰਪੱਤੀ ਜਿਹੜੀ ਹੈ ਤੁਹਾਡੀ ਆਪਣੀ, ਅਗਰ ਤੁਹਾਡਾ ਗੁਜ਼ਾਰਾ ਚੱਲਦਾ ਹੈ ਅਤੇ ਬਾਕੀ ਸਾਰੇ ਹੀ ਪੁੰਨ ਦਾਨ ਕਰ ਦਿਓ ਤਾਂ ਕਿ ਤੁਹਾਡਾ ਧਿਆਨ ਵਿੱਚ ਨਾ ਰਹਿ ਜਾਵੇ। ਫਿਰ ਤੀਸਰਾ ਮੋਹ ਹੈ ਸਰੀਰ ਦਾ, ਜੋ ਇਹ ਕਹਿ ਰਹੀ ਹੈ ਜਦੋਂ ਸਰੀਰ ਨੂੰ ਕੋਈ ਮਾਰਨਾ ਆਉਂਦਾ ਹੈ ਅਤੇ ਉਦੋਂ ਡਰ ਲੱਗਦਾ ਹੈ, ਉਦੋਂ ਸਵੀਕਾਰ ਨਹੀਂ ਹੁੰਦਾ ਹੈ। ਬੱਚਿਆਂ ਵੱਲੋਂ ਵੀ ਥੋੜ੍ਹਾ ਜਿਹਾ ਆਦਮੀ ਸਵੀਕਾਰ ਕਰ ਲੈਂਦਾ ਹੈ, ਚਲੋ ਕੋਈ ਗੱਲ ਨਹੀਂ, ਬੜੇ ਹੋ ਗਏ, ਨਾਲ ਮੇਰੀ ਫਿਕਰ ਤਾਂ ਉਹ ਹੀ ਨਹੀਂ ਬਹੁਤੀ ਕਰਦੇ ਹਨ, ਬੁੱਢਿਆਂ ਦੀ ਕਿੱਥੇ ਕਰਦੇ, ਅਤੇ ਉਹਨਾਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੁੰਦੀ, ਤਾਂ ਉੱਧਰ ਨੂੰ ਥੋੜ੍ਹਾ ਥੋੜ੍ਹਾ ਸਵੀਕਾਰ ਹੋ ਜਾਂਦਾ ਹੈ। ਧਨ ਸੰਪੱਤੀ ਵੱਲੋਂ ਵੀ ਆਦਮੀ ਕਰ ਲੈਂਦਾ ਹੈ, ਪਰ ਸਰੀਰ ਵੱਲੋਂ ਸਵੀਕਾਰ ਨਹੀਂ ਹੁੰਦਾ, ਕਿਉਂਕਿ ਸਰੀਰ ਨੂੰ ਤੁਸੀਂ ਆਪਣਾ ਆਪਾ ਸਮਝਦੇ ਹੋ। ਅਗਰ ਤੁਹਾਨੂੰ ਕੋਈ ਪੁੱਛੇ ਤੁਸੀਂ ਕੌਣ ਹੋ, ਤਾਂ ਤੁਸੀਂ ਆਪਣੇ ਸਰੀਰ ਵੱਲ ਇਸ਼ਾਰਾ ਕਰਦੇ ਹੋ ਨਾ,
ਮੈਂ ਆਹ ਹਾਂ। ਸ਼ੀਸ਼ੇ 'ਚ ਦੇਖਦੇ ਹੋ ਆਪਣਾ ਰੂਪ ਅਤੇ ਇਸ ਰੂਪ ਨੂੰ ਹੀ ਸੱਚ ਸਮਝਦੇ ਹੋ ਵੀ ਇਹ ਮੈਂ ਹਾਂ। ਅਤੇ ਸਦਾ ਤੋਂ ਹੀ ਇਹ ਜਾਣਿਆ ਹੈ ਸਰੀਰ ਨੂੰ ਹੀ ਆਪਣਾ ਆਪ। ਸਰੀਰ ਤੋਂ ਅਲੱਗਾ ਹੋ ਕੇ ਤੇ ਕਦੇ ਜਾਣਿਆ ਹੀ ਨਹੀਂ। ਇਸ ਕਰਕੇ ਸਰੀਰ ਨਾ ਮੋਹ ਹੈ। ਇਸ ਕਾਰਨ ਬੱਚਿਆਂ ਦੇ ਦੁੱਖ, ਪਰਿਵਾਰ ਦੇ ਦੁੱਖ, ਰਿਸ਼ਤੇਦਾਰਾਂ ਦੇ ਦੁੱਖ ਆਦਮੀ ਬਰਦਾਸ਼ਤ ਕਰ ਲੈਂਦਾ ਹੈ। ਧਨ ਸੰਪੱਤੀ ਵੀ ਨਾ ਰਵੇ ਤਾਂ ਵੀ ਬਰਦਾਸ਼ਤ ਕਰ ਲੈਂਦਾ, ਪਰ ਸਰੀਰਕ ਦੁੱਖ ਬਰਦਾਸ਼ਤ ਨਹੀਂ ਹੁੰਦਾ ਹੈ। ਸਰੀਰਕ ਦੁੱਖ ਆ ਜਾਵੇ ਤਾਂ ਆਦਮੀ ਬਹੁਤ ਡਰਦਾ ਹੈ। ਕਈ ਬਹੁਤ ਜ਼ਿਆਦਾ ਡਰਦੇ ਆ। ਹੁਣ ਇਹਦੇ ਉਹ ਔਜ਼ਾਰ ਲਿਆਣ ਕੇ ਗੋਡੇ 'ਤੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤੈਨੂੰ ਡਰ ਲੱਗਾ। ਪਹਿਲਾਂ ਗੋਡੇ 'ਤੇ ਮਾਰਿਆ, ਫਿਰ ਵੀ ਸਵੀਕਾਰ ਕਰ ਲਿਆ ਚਲੋ ਮੈਂ ਤਾਂ ਬਚੂੰ ਨਾ। ਪਰ ਜਦੋਂ ਉਹ ਮਾਰਨ ਵਾਸਤੇ ਹੀ ਲਿਆ ਰਿਹਾ ਹੈ ਔਜ਼ਾਰ, ਇਹ ਸੁਪਨੇ 'ਚ ਦੱਸ ਰਹੀ ਹੈ, ਫਿਰ ਇਹ ਘਬਰਾ ਗਈ, ਡਰ ਗਈ ਵੀ ਹੁਣ ਨਹੀਂ ਬਚਣਾ। ਪੈ ਪੀਤ ਹੋ ਗਈ ਵੀ ਹੁਣ ਤਾਂ ਸਭ ਕੁਝ ਛੁੱਟ ਜਾਣਾ। ਤਾਂ ਸਰੀਰ ਦਾ ਮੋਹ ਬਹੁਤ ਗਹਿਰਾ ਹੁੰਦਾ। ਇਹ ਕਹਿ ਰਹੀ ਹੈ ਵੀ ਜਿਹੜੀ ਮੌਤ ਨੂੰ ਮੈਂ ਪਹਿਲਾਂ ਸਵੀਕਾਰ ਕਰ ਲਿਆ ਸੀ, ਉਹ ਹੁਣ ਕਿਉਂ ਨਹੀਂ ਸਵੀਕਾਰ ਹੋ ਰਹੀ। ਨਹੀਂ, ਉੱਪਰੋਂ ਸਾਰੇ ਸਵੀਕਾਰ ਕਰ ਲੈਂਦੇ ਆ, ਤਾਂ ਵਾਸਤਵਿਕ ਦੇ ਵਿੱਚ ਜਦੋਂ ਉਹ ਮੌਤ ਆਵੇਗੀ ਨਾ, ਉਦੋਂ ਸਵੀਕਾਰ ਕਰਨਾ ਬਹੁਤ ਕਠਿਨ ਹੋ ਜਾਵੇਗਾ। ਜਦੋਂ ਸਾਹਮਣੇ ਖੜੀ ਹੋਵੇਗੀ ਵੀ ਚੱਲ, ਤਾਂ ਉਦੋਂ ਆਦਮੀ ਕਹੇਗਾ ਨਹੀਂ ਤੂੰ ਹਾਲੇ ਮੇਰੇ 'ਤੇ ਕਿਰਪਾ ਕਰ, ਥੋੜ੍ਹੇ ਦਿਨ ਰਹਿਣ ਦੇ, ਅਜੇ ਥੋੜ੍ਹੇ ਦਿਨ ਬੱਚਿਆਂ ਦਾ ਮੂੰਹ ਦੇਖ ਲਾਂ। ਕਈ ਮਾਈਆਂ ਕਹਿਣਗੀਆਂ ਪੋਤਿਆਂ ਦਾ ਮੂੰਹ ਤਾਂ ਦੇਖ ਲਾਂ। ਬੰਦਿਆਂ ਦਾ ਜ਼ਿਆਦਾਤਰ ਧਨ ਸੰਪੱਤੀ ਵੱਲ ਧਿਆਨ ਰਹਿ ਜਾਂਦਾ ਹੈ ਵੀ ਕੀ ਬਣੂਗਾ। ਮੈਂ ਇੰਨੀ ਮਿਹਨਤ ਨਾਲ ਕਮਾਈ, ਪਿਛਲੇ ਉਡਾ ਦੇਣਗੇ, ਖਾ ਲੈਣਗੇ, ਗਵਾ ਦੇਣਗੇ। ਫਿਰ ਉੱਧਰੋਂ ਧਿਆਨ ਹਟਾਓ ਤਾਂ ਸਰੀਰ ਵੱਲ ਆਉਂਦਾ ਹੈ ਵੀ ਮੈਂ ਵੀ ਨਹੀਂ ਰਹਿਣਾ ਹੈ ਸੰਸਾਰ ਦੇ ਵਿੱਚ। ਮੇਰਾ ਕੀ ਬਣੂਗਾ, ਕਿੱਥੇ ਜਾਊਂ, ਕਿਵੇਂ ਲੇਖਾ ਜੋਖਾ ਹੋਊ, ਕੌਣ ਹੈ ਆਪਣਾ। ਇਹਨਾਂ ਜਿਨ੍ਹਾਂ ਨੂੰ ਮੈਂ ਆਪਣੇ ਸਮਝਿਆ ਸੀ, ਇਹਨਾਂ ਦੇ ਜੀਂਦੇ ਜੀ ਸਾਥ ਛੱਡਣ ਨੂੰ ਤਿਆਰ ਹੈ, ਤਾਂ ਮਰਨ ਵੇਲੇ ਤੇ ਇਹਨਾਂ ਨੇ ਚੱਕ ਕੇ ਸ਼ਿਵਿਆਂ 'ਚ ਲੈ ਹੀ ਜਾਣਾ ਹੈ। ਕਹਿੰਦੇ ਹਨ ਵੀ ਸੋਏ ਸੱਜਣ ਲੋੜ ਲਓ, ਉਹਨਾਂ ਸੱਜਣਾਂ ਨੂੰ ਮਿਲੋ ਜਿਹੜੇ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਤਿੱਥੇ ਖੜੇ ਦਸਨ। ਐਸੇ ਸੱਜਣ ਪਿਆਰੇ ਪ੍ਰਭੂ ਦੇ ਹਨ, ਜਿਹੜੇ ਮੌਤ ਦੇ ਸਮੇਂ ਕਹਿਣਗੇ ਤੁਸੀਂ ਫਿਕਰ ਨਾ ਕਰੋ, ਤੁਸੀਂ ਨਹੀਂ ਮਰਦੇ ਹੋ। ਜਿਹੜਾ ਮਰਦਾ ਹੈ ਨਾ, ਉਹਨੇ ਮਰਨਾ ਹੀ ਹੈ, ਉਹਨੂੰ ਛੱਡੋ ਅਤੇ ਆਓ ਮੇਰੇ ਨਾਲ ਚੱਲੋ। ਸੰਸਾਰ ਮਰਨ ਧਰਮਾ ਹੀ ਹੈ, ਮਰ ਹੀ ਰਿਹਾ ਹੈ, ਤੈਨੇ ਮਰਨਾ ਹੀ ਹੈ। ਅਤੇ ਸੰਸਾਰ ਵੱਲੋਂ ਤੁਸੀਂ ਵੀ ਮਰਨਾ ਹੈ, ਅਤੇ ਸਰੀਰ ਵੀ ਮਰਨ ਧਰਮਾ ਹੈ, ਮਿੱਟੀ ਦਾ ਬਣਿਆ ਹੋਇਆ। ਤੁਸੀਂ ਸਰੀਰ ਥੋੜ੍ਹੀ ਹੋ। ਸਰੀਰ ਤੋਂ ਇੱਥੋਂ ਮਿਲਿਆ ਹੈ ਧਰਤੀ ਤੋਂ, ਤੁਸੀਂ ਧਰਤੀ ਦੇ ਥੋੜ੍ਹੇ ਹੋ। ਤੁਸੀਂ ਧਰਤੀ ਦੇ ਵਾਸੀ ਨਹੀਂ ਹੋ, ਸਰੀਰ ਧਰਤੀ ਦਾ ਵਾਸੀ ਹੈ। ਅਤੇ ਜਿੰਨੀ ਕੁ ਉਮਰ ਹੈ ਸਰੀਰ ਦੀ, ਉਨੀ ਕੁ ਭੋਗ ਕੇ ਇਹਨੇ ਧਰਤੀ 'ਚ ਹੀ ਮਿਲ ਜਾਣਾ, ਮਿੱਟੀ 'ਚ ਹੀ ਮਿਲ ਜਾਣਾ। ਮਿੱਟੀ ਤੋਂ ਹੀ ਬਣਿਆ ਹੋਇਆ। ਅਤੇ ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਹੋ ਕਵਨ ਟੇਕ। ਕਿਹਦੇ ਸਹਾਰੇ ਤੁਸੀਂ ਰੋ ਰਹੇ ਹੋ, ਮਿੱਟੀ ਮਿੱਟੀ ਹੋ ਜਾਣੀ। ਤਾਂ ਮਿੱਟੀ ਨੂੰ ਛੱਡੋ। ਧਨ ਸੰਪਦਾ ਵੀ ਮਿੱਟੀ ਹੈ, ਸਭ ਕੁਛ ਮਿੱਟੀ ਹੈ। ਮਿੱਟੀ 'ਚੋਂ ਪੈਦਾ ਹੋ ਕੇ ਮਿੱਟੀ 'ਚ ਹੀ ਸਮਾ ਰਿਹਾ ਹੈ, ਪਰ ਤੁਸੀਂ ਮਿੱਟੀ ਨਹੀਂ ਹੋ। ਤੁਸੀਂ ਮਿੱਟੀ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ ਹੈ। ਇਹੋ ਹੀ ਮੈਂ ਕਹਿੰਦਾ, ਜੋੜ ਤੋੜ ਦਿਓ, ਬੰਧਨ ਤੋੜ ਦਿਓ।